ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਜਿਹੜੀ ਵਿਚਾਰ ਲੜੀ ਚੱਲ ਰਹੀ ਹੈ ਵਿਚਿੱਤਰ ਨਾਟਕ ਦੇ ਉੱਪਰ, ਅੱਜ ਅਸੀਂ ਉਸ ਅੱਗੇ ਚੱਲਦੇ ਹਾਂ। ਪਿਛਲੀ ਵੀਡੀਓ ਵਿੱਚ ਅਸੀਂ ਸਮਝਿਆ ਸੀ ਕਿ ਕਿਉਂ ਸਿੱਖਾਂ ਨੂੰ, ਸਿੱਖ ਗੁਰੂ ਸਾਹਿਬਾਨ ਨੂੰ ਲਵ ਕੁਸ਼ ਦੀ औलाद कहा जाता है। तिन वेदियन की कुल में प्रगटे नानक राय, ये असी इत्थों तक समझिया सी। विच थोड़ा जिहा बहुत ही एक जरूरी नुकता जो विचार करन तो रह गया सी। ऐसा नुकता है कि अगर इसनूं नहीं समझांगे तो सही नतीजे ते नहीं पुजांगे। ऐसी गल लिख दी गई है जिस दे नाल हुण तक दी सारे गुरु साहिबान दी कीती हुई मेहनत एकदम जीरो हो जाती है। आओ जानिए वो किहड़ी गल है, किहड़ी एडी खतरनाक गल लिख दी गई है जिस नाल 200 साल का कीता होया सारा कारज वो जीरो हो जाता है। भाव गुरु नानक की विचारधारा मुड़ तो ही रद्द हो जाती है। वो गल है कि जदों असी पढ़ते हाँ कि सोढ़ी बेदियां नूं रात जे के चले गए सी जंगल नूं, ते आखिर सोढ़ियां दा राज जिहड़ा वो पतन वल वधन लगा। आखिर विच उन्हां कोल 20 पिंड बचे जिन्हां 'च वो किरसानी करते सन। ये पतन का कारण जो ये लिखारी लिखदा है, माफ़ करना क्योंकि बहुते वीर कहते ने कि ये गुरु गोबिंद सिंह जी ने ये रचना रची है। भाव उन्हां दी मुख बाणी है। तो असी इसलिए सानू विचारना जरूरी है कि जिहड़ी गल सिख कहते ने कि गुरु गोबिंद सिंह ने रची है, विचार दिते हैं, उन्हां दी मुख बख बाणी है, उस विच लिखिया होया की है, कि वो बाणी गुरु ग्रंथ साहब अनुसार सही है जां गलत है। तो जे गुरु ग्रंथ साहब अनुसार वो बाणी गलत है, वो रचना गलत है, तो इस अनुसार असी गुरु गोबिंद सिंह जी नूं गुरु नानक पातशाह दे विरोध विच खड़ा कर रहे होवांगे। मेरा मनना तो यह है कि साडे सतगुरु दसवें पातशाहियां जोत ओहा जुगत साए सहकाया फिर पलटिए दे आधार उत्ते ही सारा कारज उन्हां कीता। जोत ओही सी, जुगत भी ओही सी, सिर्फ शरीर बदले सन। पर जदों तुसी आ रचना पढ़ोगे तुहानूं समझ आएगी कि ये जो लिखत है ये गुरु ग्रंथ साहब की विचारधारा नालों बिल्कुल विपरीत है। आओ जानिए बेदियां दे राज दे पतन का कारण ये लिखारी की लिखदा है। लिखिया है उन्हां दा आपस विच झगड़ा शुरू हो गया, उन्हां दे राज विच झगड़ा शुरू हो गया। उस झगड़े नूं किनी ना ताहे साधिया, उसनूं कोई भी ठीक ना कर सकिया। करम काल जो पही काल चक्कर इंज हो चलिया, सो भूम वंश ते गई कि वो भूमि बेदी वंश तो खुस गई। दोहरा विपर करत भय सूदर बृत छतरी वैसन कर्म। ब्राह्मण जिहड़े ने वो शूद्रां दे कर्म करन लग गए ਅਤੇ ਛਤਰੀਆਂ ਨੇ ਵੈਸ਼ਾਂ ਦਾ ਕਰਮ ਅਪਣਾ ਲਿਆ। वैस करत भय
क्षत्र वृत शूदर सो दिज को धाम धर्म। ਜਿਹੜੇ ਵੈਸ਼ ਸਨ ਉਹਨਾਂ ਨੇ ਖੱਤਰੀਆਂ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਖੱਤਰੀਆਂ ਨੇ ਵੈਸ਼ਾਂ ਦਾ। ਹੁਣ ਇਸ ਨੂੰ ਆਪਾਂ ਵਿਸਥਾਰ ਨਾਲ ਸਮਝਦੇ ਹਾਂ ਕਿ ਜਿਹੜੇ ਪੰਡਿਤ ਸਨ ਉਹ ਮਜ਼ਦੂਰੀ ਕਰਨ ਲੱਗੇ, ਸਾਫ ਸਫਾਈ ਦਾ ਕੰਮ ਕਰਨ ਲੱਗੇ, ਚੌਕੀਦਾਰੀ ਦਾ ਕੰਮ ਕਰਨ ਲੱਗੇ। ਔਰ ਜਿਹੜੇ ਸ਼ੂਦਰ ਸਨ ਉਹ ਵੇਦ ਮੰਤਰ ਪੜ੍ਹਨ ਲੱਗੇ, ਪੜ੍ਹਿਆ ਲਿਖਿਆ ਵਾਲਾ ਕੰਮ ਕਰਨ ਲੱਗੇ, ਪ੍ਰਬੰਧ ਦਾ ਕੰਮ ਕਰਨ ਲੱਗੇ, ਐਡਮਿਨਿਸਟ੍ਰੇਸ਼ਨ ਦਾ ਕੰਮ ਕਰਨ ਲੱਗੇ, ਉਹ ਗਿਆਨ ਵਾਲੇ ਕੰਮ ਕਰਨ ਲੱਗੇ। ਔਰ ਜਿਹੜੇ ਕਿਸਾਨਾਂ ਦੇ ਪੁੱਤ ਸਨ, ਜੱਟਾਂ ਦੇ ਪੁੱਤ ਸਨ ਜਾਂ ਵਪਾਰੀਆਂ ਦੇ ਪੁੱਤਰ ਸਨ, ਉਹ ਫੌਜ ਵਿੱਚ ਭਰਤੀ ਹੋ ਗਏ। ਔਰ ਜਿਹੜੇ ਕਸ਼ੱਤਰੀ ਫੌਜੀ ਸਨ ਉਹਨਾਂ ਨੂੰ ਖੇਤੀ ਕਰਨੀ ਪੈ ਗਈ। ਇਸ ਕੰਮ ਨੂੰ ਇਹ ਲਿਖਾਰੀ ਕਰਮ ਭ੍ਰਿਸ਼ਟ ਹੋਣ ਕਾਰਨ ਉਹਨਾਂ ਕੋਲ ਕੇਵਲ 20 ਪਿੰਡ ਰਹਿ ਗਏ। ਮਤਲਬ ਪਹਿਲੀ ਗੱਲ, ਇਹ ਲਿਖਾਰੀ ਵਰਨ ਆਸ਼ਰਮ ਨੂੰ ਪੂਰੀ ਤਰ੍ਹਾਂ ਮੰਨਦਾ ਹੈ ਕਿ ਜਿਹੜਾ ਵਰਨ ਆਸ਼ਰਮ ਹੈ, ਜਾਤ ਪਾਤ ਹੈ, ਇਹ ਸਮਾਜ ਵਿੱਚ ਬਹੁਤ ਜ਼ਰੂਰੀ ਹੈ। ਔਰ ਕਹਿ ਕੀ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਲਿਖ ਰਹੇ ਨੇ, ਵਰਨ ਆਸ਼ਰਮ ਜਾਤ ਪਾਤ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਹੈ। ਅਗਰ ਇਹ ਵਰਨ ਆਸ਼ਰਮ ਖਤਮ ਕਰ ਦਿੱਤਾ ਗਿਆ ਤਾਂ ਅਨਰਥ ਹੋ ਜਾਏਗਾ, ਪਾਪ ਹੋ ਜਾਏਗਾ। ਜਿਵੇਂ ਕਿ ਵੇਦੀਆਂ ਦੇ ਰਾਜ ਸਮੇਂ ਹੋਇਆ। ਹੁਣ ਅਸੀਂ ਡੂੰਘਾਈ 'ਚ ਵਿਚਾਰ ਕਰੀਏ ਕਿ ਅਗਰ ਕੋਈ ਗਰੀਬ ਦਾ ਪੁੱਤਰ, ਸ਼ੂਦਰ ਦਾ ਪੁੱਤਰ ਪੜ੍ਹ ਲਿਖ ਕੇ IAS ਅਫਸਰ ਬਣ ਜਾਏ, ਇਹਦੇ ਵਿੱਚ ਕੀ ਪਾਪ ਹੋ ਗਿਆ? ਬਈ ਉਹ ਗਿਆਨਵਾਨ ਹੈ, ਸਮਝਦਾਰ ਹੈ, ਉਸਨੇ ਮਿਹਨਤ ਕੀਤੀ ਹੈ, ਉਹ IAS ਅਫਸਰ ਬਣ ਗਿਆ। ਇੱਕ ਬ੍ਰਾਹਮਣ ਦਾ ਪੁੱਤਰ ਚੌਥੀ ਪਾਸ ਨਹੀਂ ਹੋਇਆ, ਹੁਣ ਉਹ ਚਪੜਾਸੀ ਲੱਗੂਗਾ ਜਾਂ ਸੇਵਾਦਾਰ ਲੱਗੂਗਾ ਜਾਂ ਸਫਾਈ ਵਾਲਾ ਲੱਗੂਗਾ, ਕਿਉਂਕਿ ਉਹਦੀ ਯੋਗਤਾ ਇਹ ਹੈ, ਯੋਗਤਾ ਅਨੁਸਾਰ ਉਸ ਨੂੰ ਕੰਮ ਮਿਲੇਗਾ। ਇਸ ਵਿੱਚ ਪਾਪ ਕੀ ਹੋ ਗਿਆ? ਹੁਣ ਜੇ ਜੱਟਾਂ ਦਾ ਪੁੱਤ, ਕਿਸਾਨ ਦਾ ਪੁੱਤਰ ਫੌਜ ਵਿੱਚ ਭਰਤੀ ਹੋ ਜਾਏ, ਉਹਦਾ ਸਰੀਰ ਤਕੜਾ ਹੈ, ਉਹ ਚੁਸਤ ਦਰੁਸਤ ਹੈ, ਉਹ ਲੜਨ ਲਈ, ਕੁਰਬਾਨੀ ਦੇਣ ਲਈ ਤਿਆਰ ਹੈ, ਅਤੇ ਅਗਰ ਉਹ ਫੌਜ ਵਿੱਚ ਭਰਤੀ ਹੋ ਜਾਂਦਾ, ਇਹਦੇ ਨਾਲ ਕਿਹੜਾ ਪਾਪ ਹੋ ਗਿਆ? ਕਿਹੜੀ ਮਾੜੀ ਗੱਲ ਹੋ ਗਈ? ਔਰ ਜੇ ਖੱਤਰੀ ਦਾ ਪੁੱਤਰ ਡਰਪੋਕ ਹੈ, ਸਰੀਰ ਪੱਖੋਂ ਹਲਕਾ ਹੈ, ਅਤੇ ਫਿਰ ਉਸ ਨੂੰ ਫੌਜ ਵਿੱਚ ਭਰਤੀ ਕਰਕੇ ਕੀ ਕਰਾਂਗੇ? ਜਿਹੜਾ ਨੁਕਤਾ ਅਸੀਂ ਇੱਥੇ ਸਮਝਣਾ ਕਿ ਕਿਵੇਂ ਇਹ ਲਿਖਾਰੀ ਜੋ ਹੈ ਉਹ ਸਿੱਖ ਧਰਮ ਵਿੱਚ ਉਸ ਬਿਮਾਰੀ ਨੂੰ ਦਾਖਲ ਕਰ ਰਿਹਾ, ਜਿਹੜੀ ਬਿਮਾਰੀ ਇਸ ਸਮਾਜ ਨੂੰ ਘੁਣ ਵਾਂਗ ਖਾ ਰਹੀ ਸੀ, ਜਾਤ ਪਾਤ ਦੀ, ਊਚ ਨੀਚ ਦੀ। ਇਸ ਵੰਡੀ ਕਾਰਨ ਹਿੰਦੁਸਤਾਨ 600-700 ਸਾਲ ਗੁਲਾਮ ਰਿਹਾ। ਕਦੀ ਮੁਗਲਾਂ ਦੇ ਗੁਲਾਮ ਹੈ, ਕਦੀ ਪਠਾਣਾਂ ਦੇ ਗੁਲਾਮ ਹੈ, ਕਦੀ ਅੰਗਰੇਜ਼ਾਂ ਦੇ ਗੁਲਾਮ ਹੈ। ਗੁਲਾਮੀ ਕੱਟੀ। ਗੁਲਾਮੀ ਦਾ ਕਾਰਨ ਇਹੀ ਸੀ ਕਿ ਸਮਾਜ ਦੀ 80% ਵਸੋਂ, 90% ਵਸੋਂ ਨੂੰ ਇਹਨਾਂ ਨੇ ਇੱਕ ਖੂੰਜੇ ਲਾਇਆ ਹੋਇਆ ਸੀ। ਸਿਰਫ 10 ਜਾਂ 20% ਵਸੋਂ ਜਿਹੜੇ ਖੱਤਰੀ ਅਤੇ ਬ੍ਰਾਹਮਣ ਸਨ, ਉਹੀ ਕਾਬਜ਼ ਹੋ ਕੇ ਬੈਠੇ ਸਨ। ਨਾ ਤਾਂ ਇਸਤਰੀ ਨੂੰ ਕੋਈ ਸਤਿਕਾਰ ਸੀ, ਨਾ ਸ਼ੂਦਰ ਨੂੰ ਕੋਈ ਸਤਿਕਾਰ ਸੀ, ਨਾ ਵੈਸ਼ਯ ਨੂੰ ਕੋਈ ਸਤਿਕਾਰ ਸੀ। ਉਹਨਾਂ ਨਾਲ ਪਸ਼ੂਆਂ ਜਿਹਾ ਵਰਤਾਓ ਕੀਤਾ ਜਾਂਦਾ ਸੀ। ਇਸ ਕਰਕੇ ਜੇ ਗੁਲਾਮੀ ਅਗਲੇ ਬਾਅਦ ਦੇ ਹਮਲਾਵਰਾਂ ਨੇ ਹਮਲੇ ਕੀਤੇ, ਉਹ ਕਹਿੰਦੇ ਅਸੀਂ ਤਾਂ ਗੁਲਾਮੀ ਕਰਨੀ ਹੈ। ਕੀ ਫਰਕ ਪੈਂਦਾ? ਪਹਿਲਾਂ ਪੰਡਤਾਂ ਦੀ ਅਤੇ ਇਹ ਖੱਤਰੀਆਂ ਦੀ ਗੁਲਾਮੀ ਕਰਦੇ ਹਾਂ, ਹੁਣ ਅਸੀਂ ਮੁਸਲਮਾਨਾਂ ਦੀ, ਮੁਗਲਾਂ ਦੀ, ਪਠਾਣਾਂ ਦੀ ਜਾਂ ਅੰਗਰੇਜ਼ਾਂ ਦੀ ਗੁਲਾਮੀ ਕਰ ਲਾਂਗੇ। ਗੁਲਾਮੀ ਕਰਨੀ, ਅਸੀਂ ਤਾਂ ਗੁਲਾਮ ਹਾਂ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਾਂ ਗੁਰੂ ਨਾਨਕ ਪਾਤਸ਼ਾਹ ਨੇ ਮੁੱਢ ਬੰਨ੍ਹਿਆ, ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਨੂੰ ਸੰਪੂਰਨ ਕੀਤਾ। ਉਸ ਗੁਰੂ ਦੇ ਨਾਂ ਇਹ ਅਸੀਂ ਮੜ ਰਹੇ ਨੇ ਜਾਤ ਪਾਤ ਦੀ ਗੱਲ, ਜਿਸ ਗੁਰੂ ਨੇ ਇੱਕ ਵਾਟੇ ਵਿੱਚ ਅੰਮ੍ਰਿਤ
ਤਿਆਰ ਕੀਤਾ, ਖੰਡੇ ਦੀ ਪੌਲ ਤਿਆਰ ਕੀਤੀ। ਇੱਕ ਵਾਟੇ ਵਿੱਚ ਸਾਰੇ ਧਰਮਾਂ ਵਿੱਚੋਂ, ਸਾਰੀਆਂ ਜਾਤਾਂ ਵਿੱਚੋਂ, ਜਿਸ ਵਿੱਚੋਂ ਵੀ ਕੋਈ ਆ ਗਿਆ ਉਸ ਨੂੰ ਬਰਾਬਰ ਦਾ ਸਤਿਕਾਰ ਦੇ ਕੇ ਅੰਮ੍ਰਿਤਪਾਨ ਖੰਡੇ ਦੀ ਪੌਲ ਦਿੱਤੀ ਸੀ। ਉਸ ਗੁਰੂ ਨੂੰ ਅਸੀਂ ਬਦਨਾਮ ਕਰ ਰਹੇ ਹਾਂ, ਉਸ ਨਾਲ ਤੋਹਮਤ ਲਾ ਰਹੇ ਹਾਂ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਜਾਤ ਪਾਤ ਵਿੱਚ ਵਿਸ਼ਵਾਸ ਰੱਖਦੇ ਸਨ, ਜਾਤ ਪਾਤ ਨੂੰ ਬਹੁਤ ਅਹਿਮੀਅਤ ਦਿੰਦੇ ਸਨ। ਜਿਸ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਪਹਾੜੀ ਰਾਜਿਆਂ ਨੇ ਅਪਰੋਚ ਕੀਤਾ ਸੁਲ੍ਹਾ ਕਰਨ ਲਈ, ਇੱਕ ਸ਼ਰਤ ਰੱਖ ਦਿੱਤੀ, ਕਹਿੰਦੇ ਅਸੀਂ ਅੰਮ੍ਰਿਤ ਛਕਾਂਗੇ, ਸਿੰਘ ਸਜਾਂਗੇ, ਇੱਕ ਛੋਟੀ ਜਿਹੀ ਸਾਡੀ ਬੇਨਤੀ ਮਨਜ਼ੂਰ ਕਰ ਲਓ। ਬੇਨਤੀ ਇਹ ਹੈ ਕਿ ਸਾਨੂੰ ਵੱਖਰਾ ਵਾਟਾ ਤਿਆਰ ਕਰ ਦਿਓ। ਤਾਂ ਗੁਰੂ ਸਾਹਿਬ ਨੇ ਕਿਹਾ ਸੀ, ਭਾਈ ਜਿਹੜੀ ਸਾਡੀ ਸ਼ਕਤੀ ਹੈ, ਜਿਹੜੀ ਤਾਕਤ ਹੈ, ਏਕ ਪਿਤਾ ਏਕਸ ਕੇ ਹਮ ਬਾਰਕ, ਸਭ ਮੈਂ ਜੋਤ ਹੈ ਸੋਏ ਵਾਲੀ ਗੱਲ ਜਿਹੜੀ ਹੈ ਉਹ ਤਾਂ ਖਤਮ ਹੋ ਗਈ। ਉਹੀ ਤਾਂ ਸ਼ਕਤੀ ਹੈ। ਜੇ ਮੈਂ ਅੰਮ੍ਰਿਤ ਅਲੱਗ-ਅਲੱਗ ਤਿਆਰ ਕਰ ਲੈ, ਅੰਮ੍ਰਿਤ ਅਲੱਗ-ਅਲੱਗ ਗਰੁੱਪਾਂ ਨੂੰ ਛਕਾਉਣ ਲੱਗ ਗਿਆ, ਤਾਂ ਫਿਰ ਉਹ ਸਾਰਾ ਕੁਝ ਤਾਂ ਨਸ਼ਟ ਹੋ ਜਾਣਾ, ਜਿਹੜਾ ਸਾਡਾ ਆਧਾਰ ਹੈ ਉਹ ਚਲੇ ਜਾਣਾ। ਤੁਸੀਂ ਸਿੰਘ ਸਜਣਾ ਤੁਹਾਡੀ ਖੁਸ਼ੀ ਹੈ, ਤੁਸੀਂ ਸਿੰਘ ਨਹੀਂ ਸਜਣਾ ਤੁਹਾਡੀ ਮਰਜ਼ੀ ਹੈ, ਪਰ ਇੱਕ ਗੱਲ ਖਿਆਲ ਕਰਨਾ, ਤੁਸੀਂ ਜਿਹੜਾ ਹੈ ਇਹ ਗੱਲ ਨੂੰ ਮੰਨਣਾ ਪੈਣਾ, ਜਿਹੜਾ ਸਾਡਾ ਕਾਨੂੰਨ ਹੈ ਉਸ ਨੂੰ ਮੰਨਣਾ ਪੈਣਾ, ਅਤੇ ਕਾਨੂੰਨ ਨਹੀਂ ਮੰਨੋਗੇ ਤੇ ਗੱਲ ਨਹੀਂ ਜੇ ਬਣਨੀ। ਇਸ ਤਰ੍ਹਾਂ ਕਰਕੇ ਜਿਹੜੇ ਗੁਰੂ ਸਾਹਿਬ ਨੇ ਇੰਨਾ ਸਟੈਂਡ ਲਿਆ, ਜਿਹੜਾ ਗੁਰੂ ਸਾਹਿਬ ਇਹ ਕਹਿੰਦੇ ਨੇ ਰਗਰੇਟੇ ਗੁਰੂ ਕੇ ਬੇਟੇ, ਪੂਰਾ ਇਤਿਹਾਸ ਪੜ੍ਹ ਲਓ। ਜਿਹੜੇ ਜਾਤ ਪਾਤ ਨੂੰ ਲੱਤ ਮਾਰਦੇ ਨੇ, ਜਾਤ ਪਾਤ ਦੀ ਨਿਖੇਧੀ ਕਰਦੇ ਨੇ, ਉਸ ਗੁਰੂ ਦੇ ਨਾਂ ਦੇ ਨਾਲ ਇਹ ਬਾਣੀ ਜੋੜ ਕੇ ਅਸੀਂ ਕੀ ਸਿੱਧ ਕਰ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਜਾਤ ਪਾਤ ਨੂੰ ਬਹੁਤ ਦ੍ਰਿੜਤਾ ਨਾਲ ਮੰਨਦੇ ਸਨ। ਕੀ ਅਸੀਂ ਨਿਆਂ ਕਰ ਰਹੇ ਹਾਂ? ਕਿ ਗੁਰੂ ਦੀ ਅਸੀਂ ਇੱਜ਼ਤ ਕਰ ਰਹੇ ਹਾਂ, ਸਤਿਕਾਰ ਵਧਾ ਰਹੇ ਹਾਂ, ਜਾਂ ਗੁਰੂ ਸਾਹਿਬ ਨੂੰ ਅਸੀਂ ਇੱਕ ਤਰ੍ਹਾਂ ਨਾਲ ਇਲਜ਼ਾਮ ਲਾ ਕੇ ਨੀਵਾਂ ਦਿਖਾ ਰਹੇ ਹਾਂ? ਆਓ ਅਸੀਂ ਜਿਹੜੀ ਅੱਗੇ ਵਿਚਾਰ ਕਰਨੀ ਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਉਹ ਸਾਰੀ ਬਾਣੀ ਸੀ ਆਦਿਵੀੜ, ਜਿਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਹੁਤ ਸੁੰਦਰ ਕੀਮਤੀ ਵਚਨ ਸਨ। ਆਓ ਉਹ ਵਚਨਾਂ ਨਾਲ ਸਾਂਝ ਪਾਉਂਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ। ਭਾਈ ਸੰਸਾਰ ਦੇ ਲੋਕੋ ਸਮਝੋ, ਸਭ ਮੈਂ ਜੋਤ ਹੈ ਸੋਏ। ਜਾਣੋ ਜੋਤ ਨੂੰ ਸਮਝੋ ਕਿ ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਅੰਸ਼ ਹੈ। ਜਾਤ ਨਾ ਪੁੱਛੋ, ਜਾਤਾਂ ਤੁਸੀਂ ਬਣਾਈਆਂ, ਸਮਾਜ ਨੇ, ਇੱਥੇ ਧਾਰਮਿਕ ਆਗੂਆਂ ਨੇ। ਜਿਹੜਾ ਅਸੀਂ ਇੱਕ ਕਵਿਤਾ ਪੜ੍ਹਦੇ ਨਾ, ਅਮਲਾਂ ਤੇ ਹੋਣਗੇ ਨਵੇੜੇ, ਜਾਤ ਕਿਤੇ ਪੁੱਛਣੀ ਨਹੀਂ। ਭਾਵ ਤੁਹਾਡੇ ਗੁਣਾਂ 'ਤੇ ਨਿਵੇੜਾ ਹੋਣਾ। ਅੱਗੇ ਅਸੀਂ ਕਈ ਵਾਰ ਸਮਝ ਲੈਂਦੇ ਮਰਨ ਤੋਂ ਉਪਰੰਤ। ਅੱਗਾ ਅਸਲ 'ਚ ਸਹੀ ਲਫ਼ਜ਼ਾਂ ਵਿੱਚ ਅੱਗੇ ਨੂੰ ਸਮਝਣਾ ਹੋਵੇ, ਅੱਗਾ ਹੈ ਇਸ ਸੈਕਿੰਡ ਤੋਂ ਬਾਅਦ ਅਗਲਾ ਸੈਕਿੰਡ, ਅੱਜ ਦੇ ਦਿਨ ਤੋਂ ਬਾਅਦ ਕੱਲ੍ਹ ਦਾ ਦਿਨ ਅੱਗੇ ਜੋ ਆਉਣ ਵਾਲਾ ਸਮਾਂ, ਜਿਹਾ ਬੀਜੇ ਸੋ ਲੂਣਾ। ਜੋ ਅਸੀਂ ਆਪਣੇ ਵਿੱਚ ਕਲਟੀਵੇਟ ਕਰਾਂਗੇ, ਬੀਜਾਂਗੇ, ਉਹ ਵੱਢਣਾ। ਜਿੱਦਾਂ ਦੇ ਗੁਣ ਅਸੀਂ ਆਪਣੇ ਹਿਰਦੇ ਵਿੱਚ ਧਾਰਨ ਕਰਾਂਗੇ, ਉਹਨਾਂ ਅਨੁਸਾਰ ਸਾਡਾ ਜੀਵਨ ਯੁਕਤ ਬਣਨੀ ਹੈ। ਉਹਦੇ ਅਨੁਸਾਰ ਸਾਡਾ ਸਮਾਜ ਵਿੱਚ ਇੱਜ਼ਤ ਮਾਨ ਹੋਣਾ ਹੈ। ਉਹਦੇ ਅਨੁਸਾਰ ਸਾਡੀ ਕੀਮਤ ਵੈਲਿਊ ਪੈਣੀ ਹੈ। ਅਤੇ ਇਸ ਤਰ੍ਹਾਂ ਕਰਕੇ ਗੁਰੂ ਨਾਨਕ ਪਾਤਸ਼ਾਹ ਤੇ ਇਹ ਕਹਿੰਦੇ ਨੇ ਕਿ ਅੱਗੇ ਜਾਤ ਦਾ ਜ਼ੋਰ ਨਹੀਂ ਚੱਲਣਾ, ਅਤੇ ਇਸ ਕਰ ਸਿਰਫ ਗੁਣਾਂ ਦੀ ਪਛਾਣ ਹੋਣੀ ਆ। ਇੱਕ ਹੋਰ ਜਗ੍ਹਾ ਗੁਰੂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਊਚ ਨੀਚ ਦੀ ਗੱਲ ਕਰਦੇ ਹੋ ਨਾ, ਊਚ ਨੀਚ ਹੈ ਉਹ ਜਨਮ ਕਰਕੇ ਨਹੀਂ, ਉਹ ਕਰਮ ਕਰਕੇ ਹੋ ਸਕਦੀ ਹੈ। ਜਿਹੜਾ ਅਸੀਂ ਜਾਤਾਂ ਬਣਾਈਆਂ, ਬਾਹਮਣ ਦੇ ਘਰ ਪੈਦਾ ਹੋ ਕੇ ਅਗਰ ਕੋਈ ਬੱਚਾ ਵਿਭਚਾਰੀ ਹੈ, ਡਾਕੂ ਹੈ, ਲੁਟੇਰਾ ਹੈ, ਉਸ ਨੂੰ ਡਾਕੂ, ਲੁਟੇਰਾ, ਵਿਭਚਾਰੀ ਕਿਹਾ ਜਾਏਗਾ। ਇਹ ਉਸਦੇ ਗੁਣਾਂ ਨੂੰ ਦੇਖ ਕੇ ਇਹ ਉਸਦੀ ਜਾਤ ਬਣੀ ਹੈ। ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਖਸਮ ਵਿਸਾਰੈ
ते कम जात, नानक नामै वाज सनात। ਜਿਹੜੇ ਖਸਮ ਨੂੰ ਵਿਸਾਰ ਦਿੰਦੇ ਆ। ਹੁਣ ਇੱਥੇ ਵੀ ਇੱਕ ਨੁਕਤਾ ਹੈ। ਖਸਮ ਨੂੰ ਵਿਸਾਰਨ ਨੂੰ ਅਸੀਂ ਕੀ ਸਮਝਦੇ ਹਾਂ ਕਿ ਖਸਮ ਨੂੰ ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ ਉਹਨਾਂ ਨੇ ਖਸਮ ਨੂੰ ਵਿਸਾਰ ਦਿੱਤਾ। ਯਾਦ ਅਸੀਂ ਇੱਕ ਲਫ਼ਜ਼ ਬਣਾ ਲਿਆ ਕਿ ਵਾਹਿਗੁਰੂ ਵਾਹਿਗੁਰੂ ਕਹੋ, ਇਹਦਾ ਮਤਲਬ ਤੁਸੀਂ ਰੱਬ ਨੂੰ ਯਾਦ ਕਰ ਰਹੇ ਹੋ, ਪਰ ਨਹੀਂ। ਗੁਰਬਾਣੀ ਰੱਬ ਨੂੰ ਯਾਦ ਕਰਨ ਦਾ ਹੋਰ ਤਰੀਕਾ, ਰੱਬੀ ਗੁਣਾਂ ਨੂੰ ਯਾਦ ਕਰਨਾ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ, ਉਸ ਅਨੁਸਾਰ ਜੀਵਨ ਨੂੰ ਢਾਲਣਾ, ਉਸ ਅਨੁਸਾਰ ਸਮਾਜ ਦੀ ਸਿਰਜਣਾ ਕਰਨੀ। ਫਿਰ ਅਸੀਂ ਖਸਮ ਨੂੰ ਨਹੀਂ ਵਿਸਾਰਦੇ। ਜੇ ਅਸੀਂ ਅਵਾਰਾ ਹੋ ਕੇ ਚੱਲਦੇ ਹਾਂ ਤੇ ਅਸੀਂ ਭਾਵੇਂ ਮੂੰਹ ਤੋਂ ਰਾਮ ਰਾਮ ਕਹੀ ਜਾਈਏ, ਵਾਹਿਗੁਰੂ ਵਾਹਿਗੁਰੂ ਕਹੀ ਜਾਈਏ, ਪਰ ਅਸੀਂ ਖਸਮ ਨੂੰ ਵਿਸਾਰਿਆ ਹੋਇਆ ਹੈ। ਨਾਨਕ ਨਾਵੇਂ ਵਾਜ ਸੁਨਾਤ, ਜਿਹੜਾ ਨਾਮ ਨਾਲ ਨਹੀਂ ਜੁੜਿਆ। ਨਾਮ ਅਸੀਂ ਅੱਖਰ ਦਾ ਸਾਨੂੰ ਅਸੀਂ ਇੱਕ ਸਟੈਪ ਸਾਡਾ ਕਿਸੇ ਨੇ ਗਲਤ ਪਟਵਾ ਦਿੱਤਾ ਔਰ ਇਸ ਕਰਕੇ ਅਸੀਂ ਕੁਮਾਰਕ 'ਤੇ ਨਾਮ ਮਤਲਬ ਗਿਆਨ ਤੋਂ ਸਖਣਾ। ਉਹ ਨੀਵੀਂ ਜਾਤ ਵਾਲਾ ਹੈ ਜਿਹੜਾ ਸੱਚੇ ਗਿਆਨ ਨਾਲ ਨਹੀਂ ਜੁੜਿਆ, ਉਸ ਦੀ ਨੀਵੀਂ ਜਾਤ ਹੈ। ਜਿਸ ਦੇ ਕਰਮ ਅੱਛੇ ਨੇ, ਕੰਮ ਚੰਗੇ ਕਰਦਾ, ਗਿਆਨਵਾਨ ਹੈ, ਉਹ ਉਸ ਦੀ ਜਾਤ ਉੱਚੀ ਹੈ, ਉਹ ਉੱਚੀ ਪਦਵੀ ਦਾ ਮਾਲਕ ਹੈ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ, ਜਿਨ ਕੀ ਲੇਖੈ ਪਤ ਪਵੈ, ਚੰਗੇ ਸੇਈ ਕੇ। ਅੱਗੇ ਜਾਤ ਅੱਗੇ ਫਿਰ ਹੋਈ ਆ। ਅੱਗੇ ਮਤਲਬ ਕਿਤੇ ਵੀ। ਹੁਣ ਇੱਕ ਛੋਟੀ ਜਿਹੀ ਉਦਾਹਰਣ ਲੈਂਦੇ ਹਾਂ। ਦੋ ਬੱਚੇ ਨੇ, ਉਹ ਇੱਕੋ ਪਿੰਡ ਵਿੱਚ ਪੈਦਾ ਹੁੰਦੇ ਨੇ, ਇੱਕੋ ਸਕੂਲ ਵਿੱਚ ਪੜ੍ਹਦੇ ਨੇ ਔਰ ਇੱਕੋ ਜਿਹੀ ਡਿਗਰੀ ਸੌਫਟਵੇਅਰ ਕੰਪਿਊਟਰ ਇੰਜੀਨੀਅਰਿੰਗ ਕਰ ਲੈਂਦੇ ਨੇ। ਉਹ ਦੋਨੋਂ ਬੱਚੇ ਇੱਥੋਂ ਇੰਗਲੈਂਡ ਚਲੇ ਜਾਂਦੇ ਨੇ, ਉੱਥੇ ਜਾ ਕੇ ਇੱਕ ਜੋਬ ਲਈ ਅਪਲਾਈ ਕਰਦੇ ਨੇ। ਦੋਨਾਂ ਬੱਚਿਆਂ ਦੀ ਇੰਟਰਵਿਊ ਹੁੰਦੀ ਹੈ। ਉਹਨਾਂ ਦੋ ਵਿੱਚੋਂ ਇੱਕ ਬੱਚਾ ਸਿਲੈਕਟ ਹੋ ਜਾਂਦਾ। ਜਦੋਂ ਬੱਚਾ ਸਿਲੈਕਟ ਹੋ ਜਾਂਦਾ, ਜਿਹੜਾ ਰਿਜੈਕਟ ਹੁੰਦਾ ਉਹ ਇੰਟਰਵਿਊ ਕਰਨ ਵਾਲਿਆਂ ਨੂੰ ਕਹਿੰਦਾ ਵੀ ਮੈਨੂੰ 5 ਮਿੰਟ ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਉਹਨੇ ਬੁਲਾ ਲਿਆ, ਦੱਸੋ ਵੀ ਕੀ ਗੱਲ ਹੈ। ਉਹ ਕਹਿੰਦੇ ਜੀ ਵੀ ਅਨਿਆਂ ਹੋਇਆ। ਕਹਿੰਦੇ ਅਨਿਆਂ ਕੀ ਹੋਇਆ ਦੱਸੋ। ਕਹਿੰਦੇ ਵੀ ਆ ਜਿਹੜੇ ਬੱਚੇ ਨੂੰ ਤੁਸੀਂ ਸਿਲੈਕਟ ਕੀਤਾ ਨਾ ਔਰ ਮੈਨੂੰ ਰਿਜੈਕਟ ਕੀਤਾ, ਅਸੀਂ ਦੋਨੋਂ ਇੱਕ ਪਿੰਡ ਦੇ ਰਹਿਣ ਵਾਲੇ ਹਾਂ, ਇਕੱਠੇ ਸਕੂਲ ਵਿੱਚ ਪੜ੍ਹੇ ਹਾਂ, ਇਕੱਠਿਆਂ ਨੇ ਡਿਗਰੀ ਲਈ ਹੈ, ਉਹ ਇੱਕੋ ਜਿਹੀ ਡਿਗਰੀ ਲਈ ਹੈ। ਇਹਨੂੰ ਤੁਸੀਂ ਸਿਲੈਕਟ ਕਰ ਲਿਆ, ਮੈਨੂੰ ਰਿਜੈਕਟ ਕਰਤਾ, ਤੁਹਾਨੂੰ ਪਤਾ ਹੀ ਕੌਣ ਹੈ। ਕਹਿੰਦੇ ਜੀ ਕੌਣ ਹੈ। ਕਹਿੰਦੇ ਜੀ ਸਾਡੇ ਸੀਰੀ ਦਾ ਲੜਕਾ ਹੈ, ਅਸੀਂ ਪਿੰਡ ਦੇ ਜੈਲਦਾਰ ਹਾਂ, ਵੱਡੇ ਸਰਦਾਰ ਹਾਂ, ਇਹਨਾਂ ਦੀਆਂ ਜੱਦੀ ਪੁਸ਼ਤਾਂ ਸਾਰੇ ਸਾਡੇ ਘਰੋਂ ਜੂਠੇ ਟੁੱਕੜ ਖਾ ਕੇ ਤੇ ਪਲੇ ਨੇ, ਇਹ ਵੀ ਸਾਡੇ ਘਰੋਂ ਹੀ ਟੁੱਕੜ ਖਾ ਕੇ ਪਲਿਆ। ਮੈਂ ਜੈਲਦਾਰਾਂ ਦਾ ਮੁੰਡਾ, ਮੈਨੂੰ ਤੁਸੀਂ ਰਿਜੈਕਟ ਕਰ ਰਹੇ ਹੋ, ਮੈਂ ਵੱਡੇ ਘਰਾਣੇ 'ਚੋਂ ਆਇਆ। ਅੱਗੇ ਇੰਟਰਵਿਊ ਲੈਣ ਵਾਲੇ ਕਹਿੰਦੇ ਆ, ਕਾਕਾ ਤੂੰ ਹੋਏਗਾ ਕੁਛ ਵੀ, ਸਾਨੂੰ ਉਹਨਾਂ ਮਤਲਬ ਨਹੀਂ। ਜਿਹੜੇ ਕੰਮ ਲਈ ਅਸੀਂ ਬੱਚਾ ਰੱਖਣਾ ਨਾ, ਇਹ ਕਾਬਲ ਹੈ, ਇਹ ਗਿਆਨਵਾਨ ਹੈ, ਤੇਰੇ ਨਾਲ ਜ਼ਿਆਦਾ ਸਿਆਣਾ, ਜ਼ਿਆਦਾ ਗਿਆਨਵਾਨ ਹੈ। ਇਸ ਕਰਕੇ ਤੂੰ ਕਿਹੜੀ ਜਾਤ ਤੋਂ ਆਇਆ, ਕਿਹੜੀ ਬਰਾਦਰੀ 'ਚੋਂ ਆਇਆ, ਕਿਹੜੇ ਰੁਤਬੇ 'ਚੋਂ ਆਇਆ, ਉਹ ਤੇਰਾ ਪਿੱਛੇ ਰਹਿ ਗਿਆ। ਇੱਥੇ ਤੇਰਾ ਉਹ ਕੁਛ ਵੀ ਸਿਫਾਰਿਸ਼, ਕੁਛ ਵੀ ਉਸਨੇ ਤੇਰੇ ਜੀਵਨ ਵਿੱਚ ਤੈਨੂੰ ਕੋਈ ਸਹਾਰਾ ਨਹੀਂ ਦੇਣਾ, ਤੇਰੇ ਗਿਆਨ ਨੇ ਦੇਣਾ। ਤੂੰ ਗਿਆਨ ਵਿੱਚ ਪੱਕਾ ਨਹੀਂ, ਹੋਰ ਕੋਈ ਕੰਮ ਲੱਭ ਲਾ। ਜਿਹੋ ਜਿਹਾ ਬੰਦਾ ਅਸੀਂ ਲੱਭਣਾ ਸੀ, ਇਹ ਬੰਦਾ ਕਾਬਲ ਹੈ, ਅਸੀਂ ਇਸ ਨੂੰ ਰੱਖ ਲਿਆ। ਸਾਡਾ ਤੇਰੇ ਨਾਲ ਕੋਈ ਵੈਰ ਵਿਰੋਧ, ਲੜਾਈ ਝਗੜਾ ਨਹੀਂ ਹੈ। ਗੁਨਾਹ ਕਰਕੇ ਉਹ ਅੱਗੇ ਹੈ, ਇਸ ਕਰਕੇ ਉਸ ਨੂੰ ਰੱਖਿਆ। ਇਹ ਜਿਹੜੀ ਹੈ ਗੁਰੂ ਨਾਨਕ ਦੀ ਫਿਲਾਸਫੀ, ਜੋ ਗੁਰੂ ਪਾਤਸ਼ਾਹ ਨੇ ਉਸ ਵੇਲੇ ਦੱਸਿਆ ਸੀ, ਅੱਜ ਦੇ ਸਮੇਂ ਵਿੱਚ ਉਹ ਸਾਰੇ ਪਾਸੇ ਚੱਲ ਰਹੀ ਹੈ।
ਅੱਜ ਇੱਕ ਗਰੀਬ ਦਾ, ਇੱਕ ਸ਼ੂਦਰ ਦਾ ਬੱਚਾ ਜੇ ਉਹ ਪੜ੍ਹ ਲਿਖ ਕੇ ਇੰਟੈਲੀਜੈਂਟ ਹੈ, ਉਹ IAS ਅਫਸਰ ਬਣ ਸਕਦਾ ਹੈ। ਉਹ IAS ਅਫਸਰ ਬਣ ਕੇ ਉਹ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਲੱਗ ਸਕਦਾ। ਪਰ ਇੱਕ ਉੱਚ ਜਾਤੀਏ ਬ੍ਰਾਹਮਣ ਦਾ ਬੱਚਾ, ਕਿਸੇ ਵੀ ਉੱਚ ਜਾਤ ਵਾਲੇ ਦਾ, ਅਗਰ ਉਹ ਆਪਣੀ ਪੜ੍ਹਾਈ ਪੂਰੀ ਢੰਗ ਨਾਲ ਨਹੀਂ ਕਰਦਾ, ਉਹ ਚੌਥੀ, ਪੰਜਵੀਂ, 10ਵੀਂ ਤੱਕ ਪੜ੍ਹਾਈ ਕਰਕੇ ਛੱਡ ਦਿੰਦਾ। ਔਰ ਕੋਈ ਬੰਦਾ ਇਹ ਕਲੇਮ ਕਰੇ ਕਿ ਅਸੀਂ ਤਾਂ ਪਿੰਡ ਦੇ ਪ੍ਰੋਹਤ ਹੁੰਦੇ ਹਾਂ, ਇਲਾਕੇ ਦੇ ਪ੍ਰੋਹਤ ਹੁੰਦੇ ਹਾਂ, ਸਾਡੇ ਬਾਬਾ ਦਾਦਾ ਉਹ ਬਹੁਤ ਵੱਡੇ ਵਿਦਵਾਨ ਪੰਡਤ ਸਨ, ਸਾਨੂੰ ਲੋਕੀ ਮੱਥਾ ਟੇਕਦੇ ਸਨ, ਅੱਜ ਆਹ ਚਮਾਰਾਂ ਦਾ ਮੁੰਡਾ, ਆਹ ਸ਼ੂਦਰਾਂ ਦਾ ਮੁੰਡਾ ਅੱਜ ਇਹ DC ਲੱਗ ਗਿਆ, ਇਹ ਤਾਂ ਅਨਿਆਏ ਹੋ ਗਿਆ। ਅਸੀਂ ਮੰਨਾਂਗੇ? ਨਹੀਂ ਮੰਨਾਂਗੇ, ਕਿਉਂਕਿ ਗਿਆਨ ਦੀ ਕੀਮਤ ਹੈ। ਅਤੇ ਇਹ ਗੁਰੂ ਪਾਤਸ਼ਾਹ ਨੇ ਸਾਨੂੰ ਗਿਆਨਵਾਨ ਹੋਣ ਲਈ ਕਿਹਾ ਸੀ, ਸਮਝਦਾਰ ਹੋਣ ਲਈ ਕਿਹਾ ਸੀ। ਸਾਨੂੰ ਜਾਤਾਂ ਪਾਤਾਂ ਤੋਂ, ਇਹ ਵੰਡੀਆਂ ਤੋਂ ਉੱਪਰ ਚੁੱਕਿਆ ਸੀ। ਪਰ ਬੜੀ ਦੁੱਖ ਦੀ ਗੱਲ ਹੈ, ਦੇਖੋ ਕਿੰਨੀ ਹੈਰਾਨਗੀ ਹੁੰਦੀ ਹੈ ਕਿ ਉਹ ਗੁਰੂ ਪਾਤਸ਼ਾਹ ਦੇ ਨਾਮ ਦੇ ਨਾਲ ਇਹ ਜੋੜਿਆ ਜਾ ਰਿਹਾ ਕਿ ਵੇਦੀਆਂ ਦਾ ਰਾਜ ਇਸ ਲਈ ਗਿਆ ਕਿਉਂਕਿ ਬਾਹਮਣਾਂ ਨੂੰ ਸ਼ੂਦਰਾਂ ਵਾਲੇ ਕੰਮ ਕਰਨੇ ਪੈ ਗਏ ਔਰ ਸ਼ੂਦਰ ਬ੍ਰਾਹਮਣਾਂ ਵਾਲੇ ਕੰਮ ਕਰਨ ਲੱਗ ਗਏ, ਬਹੁਤ ਵੱਡਾ ਅਨਰਥ ਹੋ ਗਿਆ। ਸੋ ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ, ਜਿਨ ਕੀ ਲੇਖੈ ਪਤ ਪਵੈ ਚੰਗੇ ਸਹੀ ਕੇ। ਗੁਣਾਂ ਦੀ ਕੀਮਤ ਪੈਣੀ ਆ, ਹੋਰ ਕੁਝ ਨਹੀਂ। ਜਾਤ ਪਾਤ ਨਹੀਂ ਜਾਣੀ। ਜਾਤ ਜਨਮ ਨਹਿ ਪੁੱਛੀਐ, ਸੱਚ ਕਰ ਲਿਓ ਬਤਾਏ, ਸਾ ਜਾਤ ਸਾ ਪਤ ਹੈ, ਜਿਹੇ ਕਰਮ ਕਮਾਏ। ਗੁਰੂ ਨਾਨਕ ਪਾਤਸ਼ਾਹ ਸਾਹਿਬ ਦੱਸ ਰਹੇ ਨੇ ਕਿ ਜਾਤ ਜਨਮ ਨਹਿ ਪੁੱਛੀਐ, ਸੱਚ ਕਰ ਲਿਓ ਬਤਾਏ। ਸੱਚ ਕਰ, ਜਿੱਥੇ ਫੈਸਲਾ ਹੋਣਾ। ਫੈਸਲਾ ਕੀ ਹੈ? ਅੱਜ ਦੇ ਕੰਮਾਂ ਦਾ ਕੱਲ੍ਹ ਫੈਸਲਾ ਹੋਣਾ, ਕੱਲ੍ਹ ਦਿਨ ਦਾ ਪਰਸੋਂ ਹੋਣਾ, ਹਰ ਵੇਲੇ ਫੈਸਲਾ ਹੋ ਰਿਹਾ। ਤੁਹਾਡੀ ਕਿੰਨੀ ਕੈਲੀਬਰ ਹੈ, ਕਿੰਨਾ ਗਿਆਨ ਹੈ, ਕਿੰਨੇ ਸਮਝਦਾਰ ਹੋ, ਕਿੰਨੇ ਸਮਾਜ ਦੇ ਭਲੇ ਲਈ ਕੰਮ ਕਰ ਸਕਦੇ ਹੋ। ਜਾਤ ਨਹੀਂ ਜੇ ਚੱਲਣੀ, ਉੱਚੀ ਜਾਤ ਦਾ ਹੰਕਾਰ ਨਹੀਂ ਚੱਲਣਾ। ਅਤੇ ਇਸ ਕਰਕੇ ਜਨਮ ਮਰਨ ਦੁੱਖ ਕਾਟੀਐ, ਨਾਨਕ ਛੂਟਸ ਨਾਏ। ਨਾ ਹੀ ਫਿਰ ਵਾਰ-ਵਾਰ ਆ ਰਿਹਾ, ਅਸੀਂ ਕਹਿਣਾ ਵਾਹਿਗੁਰੂ ਸਿਮਰਨ ਨਹੀਂ ਭਾਈ। ਉਹ ਸੱਚੇ ਦਾ ਗਿਆਨ, ਕਾਦਰ ਦੀ ਕੁਦਰਤ ਦੇ ਨਿਯਮਾਂ ਨੂੰ ਅਸਲ ਵਿੱਚ ਗੁਰੂ ਪਾਤਸ਼ਾਹ ਤੇ ਸਾਨੂੰ ਮੁੱਢ ਵਿੱਚ ਹੀ ਸਭ ਕੁਝ ਜਪਜੀ ਸਾਹਿਬ ਵਿੱਚ ਸਮਝਾ ਗਿਆ ਸੀ। ਪਰ ਅਸੀਂ ਪੜ੍ਹ ਗੱਡੀ ਲੱਦੀ ਵਾਲੀ ਗੱਲ ਕੀਤੀ ਹੋਈ ਹੈ। ਉੱਥੇ ਗੁਰੂ ਸਾਹਿਬ ਨੇ ਆਪ ਹੀ ਸਵਾਲ ਕੀਤਾ ਕਿ ਸਚਿਆਰੇ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਇਹ ਕੂੜ ਦੀ ਕੰਧ, ਇਹ ਹਨੇਰੇ ਦੀ ਕੰਧ, ਇਹ ਹਨੇਰੇ ਦੀ ਚਾਦਰ, ਇਹ ਕਿਵੇਂ ਖਤਮ ਹੋਵੇ? ਕਿਵੇਂ ਸਚਿਆਰੇ ਹੋਈਏ, ਕਿਵੇਂ ਚੰਗੇ ਬਣੀਏ, ਕਿਵੇਂ ਸਮਝਦਾਰ ਬਣੀਏ? ਅਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਹ ਕਾਦਰ ਦੀ ਕੁਦਰਤ ਦੇ ਹੁਕਮ ਨੂੰ ਸਮਝਣਾ ਔਰ ਸਮਝ ਕੇ ਉਸ ਅਨੁਸਾਰ ਚੱਲਣਾ। ਹੁਕਮ ਰਜ਼ਾਈ ਚੱਲਣਾ, ਹੁਕਮ ਭਾਣਾ, ਰਜ਼ਾ, ਇਹ ਸਭ ਇੱਕੋ ਹੀ ਚੀਜ਼ਾਂ ਹਨ। ਪਰ ਸਾਨੂੰ ਘੁੰਮਣ ਘੇਰੀਆਂ ਵਿੱਚ ਪਾ ਕੇ, ਇੱਕ ਨਾਮ ਦਾ ਰਟਨ ਦੇ ਕੇ ਗਿਆਨ ਤੋਂ ਸੱਖਣੇ ਕਰ ਦਿੱਤਾ। ਸਾਰਾ ਟਾਈਮ, ਸਮਾਂ, ਐਨਰਜੀ ਸਾਡੀ ਉੱਧਰ ਲਾ ਦਿੱਤੀ। ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੇ ਸਾਗਰ ਸੋਮੇ ਨੂੰ ਅਸੀਂ ਜ਼ਿਆਦਾ ਕਰ ਲਿਆ। ਕਿ ਉਹ ਵੀਰ ਜੀ ਦੱਸਦੇ ਸੀ, ਉਹ ਕਹਾਣੀ ਉਹੀ ਹੈ ਕਿ ਕਹਿੰਦੇ ਵੀ ਕਬੂਤਰ ਸੀ, ਚੁਗਣ ਗਏ। ਕਹਾਣੀ ਹੈ, ਸਮਝਦਾਰ ਸਿਆਣੇ ਕਬੂਤਰ ਨੇ ਕਿਹਾ, ਦੇਖੋ ਬਈ ਧਿਆਨ ਰੱਖੋ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਦਾਣਾ ਪਾਏਗਾ, ਤੁਹਾਨੂੰ ਫੜ ਕੇ ਲੈ ਜਾਏਗਾ, ਦਾਣਾ ਨਹੀਂ ਖਾਣਾ। ਉਹ ਕਹਿੰਦੇ ਗੱਲ ਨੂੰ ਪੱਕਾ ਸਮਝ ਲਓ, ਇਹਨੂੰ ਯਾਦ ਕਰ ਲਓ। ਉਹ ਕਬੂਤਰਾਂ ਨੇ ਯਾਦ ਕਰ ਲਿਆ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਦਾਣਾ ਪਾਏਗਾ, ਅਸੀਂ ਦਾਣਾ ਨਹੀਂ ਖਾਣਾ। ਮੂੰਹ ਜ਼ਬਾਨੀ ਯਾਦ ਹੈ ਔਰ ਵਾਰ-ਵਾਰ ਪੜ੍ਹ ਰਹੇ ਨੇ। ਉੱਧਰੋਂ ਸ਼ਿਕਾਰੀ ਆਇਆ, ਉਸਨੇ ਦਾਣਾ ਪਾਇਆ, ਜਾਲ ਵਿਛਾਇਆ, ਅਤੇ ਕਬੂਤਰ ਨਾਲੇ ਤਾਂ ਪੜ੍ਹ ਰਹੇ ਨੇ, ਸ਼ਿਕਾਰੀ ਆਏਗਾ, ਜਾਲ ਵਿਛਾਏਗਾ, ਦਾਣਾ ਪਾਏਗਾ, ਅਸੀਂ ਦਾਣਾ ਨਹੀਂ ਖਾਣਾ। ਉੱਚੀ ਉੱਚੀ ਪੜ੍ਹ ਰਹੇ ਨੇ ਔਰ ਨਾਲੇ ਦਾਣਾ ਖਾ ਵੀ ਰਹੇ ਨੇ।
ਭਾਵ ਉਹਨਾਂ ਨੇ ਯਾਦ ਕਰ ਲਿਆ, ਸਮਝਿਆ ਨਹੀਂ ਉਹ ਕੀ ਕਹਿ ਰਹੇ ਨੇ। ਸ਼ਿਕਾਰੀ ਆਇਆ, ਉਸਨੇ ਸਾਰੇ ਕਬੂਤਰਾਂ ਨੂੰ ਫੜ ਕੇ ਲੈ ਗਿਆ। ਸਾਡਾ ਸਿੱਖਾਂ ਦੀ ਹਾਲਤ ਉਹੀ ਹੈ। ਗੁਰਬਾਣੀ ਬਹੁਤ ਕੰਠ ਹੈ, ਬਹੁਤ ਪੜ੍ਹਦੇ ਆ, ਬਹੁਤ ਰੱਟੇਲਾ, ਪਰ ਗੁਰੂ ਉਪਦੇਸ਼ ਕੀ ਹੈ? ਉਹ ਕਹਿੰਦੇ ਵੀ ਭਾਈ ਹੁਕਮ ਰਜ਼ਾਏ ਚੱਲਣਾ, ਨਾਨਕ ਲਿਖਿਆ ਨਾਲ। ਉਹ ਭੁੱਲ ਗਏ ਕਿ ਹੁਕਮ ਦੇ ਵਿੱਚ ਚੱਲਣਾ। ਹੁਕਮ ਕੀ ਹੈ ਉਹ ਭੁੱਲ ਗਏ, ਹੁਕਮ ਕਿੱਥੋਂ ਮਿਲਣਾ ਉਹ ਭੁੱਲ ਗਏ। ਅਤੇ ਇਸ ਤਰ੍ਹਾਂ ਸਾਰਾ ਕੁਝ ਸਾਡੇ ਸਤਿਗੁਰੂ ਸਾਨੂੰ ਦੱਸ ਕੇ ਗਏ ਨੇ। ਅੱਗੇ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ? ਜਾਤ ਕਾ ਗਰਵ ਨਾ ਕਰ ਮੂਰਖ ਗਵਾਰਾ, ਇਸ ਗਰਵ ਤੇ ਚੱਲੈ ਬਹੁਤ ਬੇਕਾਰਾ। ਇਹ ਮੂਰਖ, ਹੇ ਗਵਾਰ ਬੰਦਿਆ, ਤੂੰ ਆਪਣੀ ਜਾਤ ਦਾ ਹੰਕਾਰ ਨਾ ਕਰ। ਇਸ ਹੰਕਾਰ ਨਾਲ ਬਹੁਤ ਬਿਮਾਰੀਆਂ ਲੱਗਣਗੀਆਂ, ਤੂੰ ਅਗਿਆਨੀ ਰਹਿ ਜਾਣਾ, ਧੱਕੇ ਖਾਏਂਗਾ। ਇਹ ਗੁਰੂ ਨਾਨਕ ਪਾਤਸ਼ਾਹ ਸਾਨੂੰ ਕਿੱਡੇ ਸਤਿਕਾਰ ਨਾਲ ਸਭ ਕੁਝ ਸਮਝਾ ਰਹੇ ਨੇ। ਅਤੇ ਅੱਗੇ ਜਿਹੜੀ ਗੱਲ ਅਸੀਂ ਸਮਝਣੀ ਹੈ, ਉਹ ਅਸੀਂ ਸਮਝਣੀ ਹੈ ਕਿ ਭਗਤ ਕਬੀਰ ਜੀ ਸਾਨੂੰ ਇੱਕ ਇਹੋ ਜਿਹਾ ਸ਼ਬਦ, ਉਹਨਾਂ ਦਾ ਪੂਰਾ ਸ਼ਬਦ ਇਦੋਂ ਵੱਧ ਸਪਸ਼ਟ ਪੰਜਾਬੀ ਭਾਸ਼ਾ ਵਿੱਚ, ਪੰਜਾਬੀ ਬੋਲੀ ਵਿੱਚ ਸਾਨੂੰ ਕੋਈ ਸਮਝਾ ਨਹੀਂ ਸਕਦਾ। ਜੇਕਰ ਇਹ ਕੁਝ ਰੋਜ਼ ਪੜ੍ਹ ਕੇ ਵੀ ਅਸੀਂ ਉਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਦੀ ਲਿਖਤ ਮੰਨੀ ਜਾਣਾ ਕਿ ਬਈ ਬੇਦੀਆਂ ਦਾ ਰਾਜ ਤਾਂ ਗਿਆ ਸੀ, ਉਹਨਾਂ ਦੇ ਰਾਜ ਵਿੱਚ ਅਨਰਥ ਹੋ ਗਿਆ, ਪੰਡਤ ਦੇ ਪੁੱਤਰ ਨੂੰ ਮਜ਼ਦੂਰੀ ਕਰਨੀ ਪਈ, ਉਹਨਾਂ ਨੂੰ ਸ਼ੂਦਰਾਂ ਵਾਲੇ ਕੰਮ ਕਰਨ ਪਏ ਅਤੇ ਸ਼ੂਦਰ ਪੰਡਤਾਂ ਵਾਲੇ ਕੰਮ ਕਰਨ ਲੱਗ ਗਏ। ਖੱਤਰੀਆਂ ਨੂੰ ਵੈਸ਼ਿਆ ਵਾਲੇ ਖੇਤੀਬਾੜੀ ਦਾ ਔਖਾ ਕੰਮ ਕਰਨਾ ਪੈ ਗਿਆ, ਅਤੇ ਖੇਤੀਬਾੜੀ ਕਰਨ ਵਾਲੇ ਜੱਟਾਂ ਦੇ ਪੁੱਤ ਜਿਹੜੇ ਫੌਜ ਵਿੱਚ ਭਰਤੀ ਹੋ ਗਏ। ਬੜਾ ਵੱਡਾ ਮਾੜਾ ਕੰਮ ਹੋਇਆ, ਭੈੜਾ ਕੰਮ ਹੋਇਆ, ਇਸ ਕਰਕੇ ਉਹਨਾਂ ਦਾ ਰਾਜ ਗਿਆ। ਅਤੇ ਆਓ ਭਗਤ ਕਬੀਰ ਜੀ ਦਾ ਸ਼ਬਦ ਜਿਹੜਾ ਅਸੀਂ ਪੜ੍ਹਦੇ ਹਾਂ। ਭਗਤ ਕਬੀਰ ਜੀ ਦੱਸਦੇ ਨੇ, ਗਰਭ ਵਾਸ ਮੈਂ ਕੁਲ ਨਹੀਂ ਜਾਤੀ। ਉਹ ਕਹਿੰਦੇ ਮਾਂ ਦੇ ਪੇਟ ਵਿੱਚ ਜਦੋਂ ਬੱਚਾ ਹੁੰਦਾ, ਕੀ ਉਹਨੂੰ ਪਤਾ ਹੁੰਦਾ ਕਿ ਉਹ ਕਿਹੜੀ ਕੁਲ ਵਿੱਚ, ਕਿਹੜੀ ਜਾਤ ਵਿੱਚ ਪੈਦਾ ਹੋਣ ਲੱਗਾ? ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ। ਉਹ ਪ੍ਰੋਸੈਸ ਸੰਸਾਰ ਦੇ ਸਾਰੇ ਬੱਚਿਆਂ ਦਾ ਇੱਕੋ ਹੀ ਆ, ਮਾਤਾ ਪਿਤਾ ਦਾ ਮਿਲਾਪ। ਔਰ ਉੱਥੇ ਕਿਸੇ ਨੂੰ ਪਤਾ ਨਹੀਂ ਹੁੰਦਾ ਮੈਂ ਕੌਣ ਆ, ਕਿਹੜੀ ਜਾਤ, ਕਿਹੜੀ ਕੁਲ ਵਿੱਚੋਂ ਆ। ਗਰਭ ਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਸਾਰਿਆਂ ਦੀ ਕੋਈ ਪ੍ਰੋਸੈਸ ਹੈ, ਬ੍ਰਹਮ ਬਿੰਦ, ਕਿਉਂਕਿ ਸਭ ਮੈਂ ਜੋਤ ਜੋਤ ਹੈ ਸੋਏ। ਤਰੀਕਾ ਮਾਤਾ ਪਿਤਾ ਦੁਆਰਾ ਪੈਦਾ ਹੋਣਾ। ਕਹਿੰਦੇ ਵੀ ਇੱਕੋ ਹੀ ਤਰੀਕਾ, ਔਰ ਕਿਸੇ ਨੂੰ ਪਤਾ ਨਹੀਂ ਹੁੰਦਾ ਉਹ ਕੌਣ ਹੈ। ਅਤੇ ਅੱਗੇ ਕਹਿੰਦੇ ਨੇ, ਕੌਰੇ ਪੰਡਤ ਵਾਮਣ ਕਬ ਕੇ ਹੋਏ। ਇਹ ਪੰਡਤ ਮੈਨੂੰ ਦੱਸ, ਤੁਸੀਂ ਬ੍ਰਾਹਮਣ ਕਦੋਂ ਬਣ ਗਏ? ਕਿਉਂਕਿ ਤੁਹਾਡਾ ਸਾਰਾ ਪੈਦਾ ਹੋਣ ਦਾ ਪ੍ਰੋਸੈਸ ਤਾਂ ਇੱਕੋ ਜਿਹਾ ਹੀ ਹੈ, ਜਿਹੜਾ ਇੱਕ ਸ਼ੂਦਰ ਦਾ, ਜਿਹੜਾ ਇੱਕ ਵੈਸ਼ਿਆ ਦਾ, ਜਿਹੜੀਆਂ ਤੁਸੀਂ ਕੈਟਾਗਰੀਆਂ ਬਣਾਈਆਂ ਹੋਈਆਂ। ਅਤੇ ਤੂੰ ਬ੍ਰਾਹਮਣ ਕਿੱਦਾਂ ਬਣ ਗਿਆ? ਇਹ ਸਟੈਂਪ ਕਿੱਦਾਂ ਲੱਗੀ ਤੇਰੇ ਤੇ ਤੂੰ ਬ੍ਰਾਹਮਣ ਹੈ? ਕੌਰੇ ਪੰਡਤ ਵਾਮਣ ਕਬ ਕੇ ਹੋਏ, ਵਾਮਣ ਕਹਿ ਕਹਿ ਜਨਮ ਮਤ ਖੋਏ। ਆਪਣਾ ਜਨਮ ਬਰਬਾਦ ਨਾ ਕਰ ਕਿ ਮੈਂ ਬਾਹਮਣ ਹੈ, ਮੈਂ ਬਾਹਮਣ ਹੈ, ਮੈਂ ਬਾਹਮਣ ਹੈ। ਇਹ ਤੈਨੂੰ ਹੰਕਾਰ ਹੋਣਾ, ਤੂੰ ਆਪਣਾ ਆਪ ਗਵਾ ਲੈਣਾ। ਆਪਣਾ ਜਨਮ ਕਿਉਂ ਵਿਗਾੜ ਰਿਹਾ, ਖਤਮ ਕਰ ਰਿਹਾ? ਬੜੀ ਮੁਸ਼ਕਿਲ ਨਾਲ ਮਨੁੱਖਾ ਜਨਮ ਮਿਲਿਆ ਤੈਨੂੰ। ਫਿਰ ਅੱਗੇ ਸਵਾਲ ਕਰਦੇ, ਬੜਾ ਵਿਅੰਗਮਈ ਸਵਾਲ ਹੈ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ। ਅਗਰ ਤੂੰ ਇਸ ਲਈ ਬ੍ਰਾਹਮਣ ਹੈ ਕਿ ਤੈਨੂੰ ਬ੍ਰਾਹਮਣੀ ਦੀ ਪੇਟ ਵਿੱਚੋਂ ਤੂੰ ਪੈਦਾ, ਤੇਰੇ ਮਾਂ ਬ੍ਰਾਹਮਣੀ ਹੈ, ਫਿਰ ਮੇਰਾ ਇੱਕ ਸਵਾਲ ਬੜਾ ਤਿੱਖਾ। ਭਗਤ ਕਬੀਰ ਜੀ ਕਹਿੰਦੇ ਇਹਦਾ ਜਵਾਬ ਦੇਣਾ ਪੈਣਾ ਤੈਨੂੰ। ਜੇ ਤੂੰ ਇਸ ਲਈ ਕਹਿਣਾ ਕਿ ਤੂੰ ਬ੍ਰਾਹਮਣ ਇਸ ਲਈ ਹੈ ਕਿ ਬ੍ਰਾਹਮਣੀ ਮਾਂ ਦੇ ਪੇਟ ਵਿੱਚੋਂ ਜੰਮਿਆ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਾਂ ਆਣ ਵਾਟ ਕਾਹੇ ਨਹੀਂ ਆਇਆ। ਫਿਰ ਭਾਈ ਤੂੰ ਕਿਸੇ ਹੋਰ ਤਰੀਕੇ ਨਾਲ ਪੈਦਾ ਹੋਣਾ ਸੀ। ਜਿਵੇਂ ਆਮ ਸਾਰੇ ਸੰਸਾਰ ਦੇ ਬੱਚੇ ਪੈਦਾ ਹੁੰਦੇ ਹੈ, ਤੇਰੀ ਪੈਦਾਇਸ਼ ਉਸੇ ਤਰ੍ਹਾਂ ਹੋਈ ਹੈ।
ਤੇ ਜੇ ਤੂੰ ਅਲੱਗ ਸੀ ਦੁਨੀਆ ਨਾਲੋਂ, ਸਪੈਸ਼ਲ ਸੀ, ਤੇ ਤੇਰਾ ਪੈਦਾ ਹੋਣ ਦਾ ਪ੍ਰੋਸੈਸ ਵੀ ਕੋਈ ਸਪੈਸ਼ਲ ਹੋਣਾ ਚਾਹੀਦਾ ਸੀ, ਪਰ ਉਹ ਤਾਂ ਹੈ ਨਹੀਂ, ਉਹ ਤਾਂ ਉਹੀ ਹੈ। ਹਾਲੇ ਵੀ ਭਗਤ ਕਬੀਰ ਜੀ ਕਹਿੰਦੇ ਵੀ ਸ਼ਾਇਦ ਕਿਸੇ ਦੀ ਤਸੱਲੀ ਨਾ ਹੋਈ ਹੋਵੇ। ਅੱਗੇ ਹੋਰ ਦੱਸਦੇ ਨੇ, ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਵੀ ਇਹ ਮੈਨੂੰ ਦੱਸ ਕਿ ਤੁਮ ਕਤ ਬ੍ਰਾਹਮਣ, ਇਹ ਪੰਡਤ ਤੁਸੀਂ ਕਿਵੇਂ ਬ੍ਰਾਹਮਣ ਬਣ ਗਏ, ਅਸੀਂ ਕਿਵੇਂ ਸ਼ੂਦਰ ਰਹਿ ਗਏ, ਕਿਉਂ, ਕਿੱਦਾਂ? ਸਾਰਾ ਪ੍ਰੋਸੈਸ ਇੱਕ ਹੈ। ਅੱਗੇ ਹੋਰ ਪੁੱਛਦੇ ਨੇ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲਹੂ ਤੁਮ ਕਤ ਦੂਧ, ਹਮ ਕਤ ਲੋਹੂ ਤੁਮ ਕਤ ਦੂਧ। ਕਿ ਭਈ ਇਹ ਦੱਸ ਕਿ ਸਾਡੀਆਂ ਨਾੜਾਂ ਵਿੱਚ ਤਾਂ ਲਹੂ ਚੱਲ ਰਿਹਾ, ਕੀ ਤੇਰੀਆਂ ਨਾੜਾਂ ਵਿੱਚ ਦੁੱਧ ਚੱਲ ਰਿਹਾ? ਉੱਤਰ ਹੈ ਨਹੀਂ, ਸਾਰਿਆਂ ਦੀਆਂ ਨਾੜਾਂ ਵਿੱਚ ਲਹੂ ਹੀ ਚੱਲ ਰਿਹਾ। ਫਿਰ ਵਾਟ ਇਜ਼ ਦ ਡਿਫਰੈਂਸ? ਲਹੂ ਦੇ ਗਰੁੱਪ ਵੀ ਸਾਰੀ ਦੁਨੀਆ ਦੇ ਸੇਮ ਆ, ਕਿਸੇ ਦਾ ਇਹ ਪੋਜ਼ੀਟਿਵ, ਕਿਸੇ ਦਾ ਬੀ ਪੋਜ਼ੀਟਿਵ, ਕਿਸੇ ਦਾ ਉਹ ਪੋਜ਼ੀਟਿਵ, ਕਿਸੇ ਦਾ ਇਹ ਵੀ, ਮਤਲਬ ਉਹੀ ਗਰੁੱਪ ਨੇ। ਭਾਵੇਂ ਇੰਗਲੈਂਡ ਚਲੇ ਜਾਓ, ਅਮਰੀਕਾ ਚਲੇ ਜਾਓ, ਰਸ਼ੀਆ ਚਲੇ ਜਾਓ, ਮਦਰਾਸ ਚਲੇ ਜਾਓ, ਪੰਜਾਬ ਚਲੇ ਜਾਓ, ਗਰੁੱਪਾਂ 'ਚ ਵੰਡਿਆ ਹੋਇਆ। ਉਹ ਕੋਈ ਅਲੱਗ-ਅਲੱਗ ਧਰਮ ਦੇ ਬੰਦਿਆਂ ਦਾ, ਅਲੱਗ-ਅਲੱਗ ਜਾਤਾਂ ਦੇ ਬੰਦਿਆਂ ਦਾ ਗਰੁੱਪ ਨਹੀਂ ਹੈ, ਬਲੱਡ ਦਾ ਆਪਣਾ ਗਰੁੱਪ ਹੈ। ਉਹ ਕਿਸੇ ਮਦਰਾਸੀ ਨੂੰ ਕਿਸੇ ਪੰਜਾਬੀ ਦਾ ਬਲੱਡ ਦੇ ਦਿਓ, ਕੋਈ ਪ੍ਰੋਬਲਮ ਨਹੀਂ, ਕਿਸੇ ਪੰਜਾਬੀ ਨੂੰ ਕਿਸੇ ਮਦਰਾਸੀ ਦਾ, ਬੰਗਾਲੀ ਦਾ ਦੇ ਦਿਓ, ਕੋਈ ਪ੍ਰੋਬਲਮ ਨਹੀਂ, ਗਰੁੱਪ ਸੇਮ ਹੋਣਾ ਚਾਹੀਦਾ, ਬਸ ਦੈਟ ਇਜ਼ ਦਾ ਮੈਟਰ। ਤੇ ਭਾਈ ਤੁਸੀਂ ਕਿਉਂ, ਕਿਵੇਂ ਅਲੱਗ ਆਪਣੇ ਆਪ ਨੂੰ ਕਹਿੰਦੇ ਹੋ? ਅੱਗੇ ਭਗਤ ਕਬੀਰ ਜੀ ਕਹਿੰਦੇ ਨੇ, ਕੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਕਬੀਰ ਜੀ ਕਹਿੰਦੇ ਨੇ, ਜਿਹੜਾ ਬ੍ਰਹਮ ਵਿਚਾਰੈ, ਜਿਹੜਾ ਉਸ ਰੱਬੀ ਕਾਨੂੰਨ ਨੂੰ ਵਿਚਾਰ ਕਰਦਾ, ਉਸ ਨੂੰ ਸਮਝਦਾ, ਉਸ ਅਨੁਸਾਰ ਆਪਣਾ ਜੀਵਨ ਜਿਉਂਦਾ ਹੈ, ਉਹ ਬੰਦਾ ਜਿਹੜਾ ਪੂਰਨ ਹੈ, ਉਹ ਉਸ ਨੂੰ ਤੁਸੀਂ ਬ੍ਰਾਹਮਣ ਕਹਿ ਸਕਦੇ ਹੋ, ਉੱਤਮ ਬ੍ਰਾਹਮਣ ਮਤਲਬ ਉੱਤਮ ਕਹਿ ਸਕਦੇ ਹੋ, ਉਸ ਨੂੰ ਸਿਆਣਾ ਕਹਿ ਸਕਦੇ ਹੋ, ਜਿਹੜਾ ਗਿਆਨਵਾਨ ਹੈ। ਜਨਮ ਕਰਕੇ ਕੋਈ ਨਾ ਨੀਵਾਂ ਹੈ ਨਾ ਉੱਚਾ ਹੈ। ਇਹਨਾਂ ਕੁਛ ਆਪਾਂ ਇਹ ਬੇਨਤੀਆਂ ਕੀਤੀਆਂ ਨੇ ਕਿ ਸਾਡਾ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੀ ਚੀਜ਼ ਅਥੈਂਟੀਕੇਟਡ ਕਰਕੇ ਲਿਖੀ ਹੋਈ ਹੈ, ਇਹ ਵਸੀਅਤ ਹੈ ਸਾਡੇ ਸਤਿਗੁਰਾਂ ਦੀ ਸਾਡੇ ਲਈ, ਇਹ ਹੁਕਮ ਹੈ। ਔਰ ਇਹ ਹੁਕਮ ਜਿੰਨਾ ਸਾਡੇ ਲਈ ਹੈ, ਓਨਾ ਉਹ ਨਾਨਕ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਲਈ ਵੀ ਓਨਾ ਹੀ ਹੁਕਮ ਸੀ। ਜਿੰਨਾ ਹੁਕਮ ਸਾਡੇ ਲਈ ਹੈ, ਓਨਾ ਹੀ ਹੁਕਮ ਗੁਰੂ ਅੰਗਦ ਪਾਤਸ਼ਾਹ ਲਈ ਵੀ ਸੀ, ਕਿਉਂਕਿ ਪਹਿਲਾਂ ਸਿੱਖ ਹੀ ਸੀ ਨਾ, ਸਾਰੇ ਸਿੱਖ ਤੋਂ ਹੀ ਗੁਰਸ਼ਿਪ ਮਿਲੀ ਹੈ ਨਾ, ਅਗਵਾਈ ਕਰਨ ਦੀ ਜਿਹੜੀ ਅੱਗੇ ਸਾਰੀ ਪਾਵਰ ਮਿਲੀ ਹੈ, ਸਿੱਖ ਹੋਣ ਤੋਂ ਬਾਅਦ ਹੀ ਮਿਲੀ ਹੈ ਨਾ। ਉਹ ਸਾਰੇ ਹੀ ਉਸ ਵਿਚਾਰਧਾਰਾ ਨਾਲ ਸਹਿਮਤ ਸਨ, ਸਹਿਮਤ ਹੀ ਨਹੀਂ ਸਨ, 100% ਮੰਨਦੇ ਸਨ, ਆਪਣੇ ਜੀਵਨ ਵਿੱਚ ਅਪਲਾਈ ਕੀਤਾ ਸੀ। ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਿਚਾਰਧਾਰਾ ਦਿੱਤੀ, ਪਹਿਲੇ ਪਾਤਸ਼ਾਹ ਨੇ, ਜੋ ਉਹ ਬਾਣੀ ਇਕੱਤਰ ਕਰਕੇ ਭਗਤਾਂ ਦੀ ਲਿਆਏ, ਉਹ ਬਾਣੀ ਇਕੱਤਰ ਕਰਨ ਦਾ ਵੀ ਇੱਕ ਅਲੱਗ ਆਪਾਂ ਵੀਡੀਓ ਬਣਾਵਾਂਗੇ ਕਿ ਸਤਿਗੁਰਾਂ ਨੇ ਐਡਾ ਵਿਸ਼ਾਲ ਪਰਪਕਾਰ ਸਾਡੇ 'ਤੇ ਜਿਹੜਾ ਕੀਤਾ ਨਾ, ਉਹ ਇਹ ਸੱਚ ਦੇ ਸਿਸਟਮ ਨੂੰ ਇੰਨਾ ਯੂਨਾਈਟ ਕਰ ਦਿੰਦਾ, ਇੰਨੀ ਤਾਕਤ ਦੇ ਦਿੰਦਾ ਕਿ ਸੰਸਾਰ ਦੀ ਕੋਈ ਵਿਚਾਰਧਾਰਾ ਉਸ ਅੱਗੇ ਖੜੋ ਨਹੀਂ ਸਕਦੀ, ਖੜੀ ਨਹੀਂ ਹੋ ਸਕਦੀ। ਇਸ ਤਰ੍ਹਾਂ ਕਰਕੇ ਅੱਜ ਦੀਆਂ ਵਿਚਾਰਾਂ ਅਸੀਂ ਇੱਥੇ ਸੰਕੋਚਦੇ ਹਾਂ ਕਿ ਅਸੀਂ ਹਰ ਗੱਲ 'ਤੇ ਖਿਆਲ ਕਰਨਾ, ਜਦੋਂ ਅਸੀਂ ਕੋਈ ਵੀ ਗੱਲ ਨੂੰ, ਕੋਈ ਬਾਣੀ ਨੂੰ, ਕੋਈ ਵਿਚਾਰ ਨੂੰ ਆਪਣੇ ਗੁਰੂ ਸਾਹਿਬ ਦੇ ਨਾਮ ਦੇ ਨਾਲ ਜੋੜਦੇ ਹਾਂ, ਅਗਿਆਨਤਾ ਵਿੱਚ ਜਾਂ ਸ਼ਰਧਾ ਵਿੱਚ, ਅਸੀਂ ਇਹ ਧਿਆਨ ਦੇਣਾ, ਸਾਨੂੰ ਸਤਿਗੁਰੂ ਆਪਣੇ ਪੁੱਤਰ ਬਣਾ ਕੇ ਗਏ ਆ। ਉਹ ਪੁੱਤਰ ਦਾ ਕੰਮ ਹੁੰਦਾ ਹੈ ਕਿ ਪੇ ਦੀ ਪੱਗ ਨੂੰ ਲਾਜ ਨਾ ਲੱਗੇ,
ਉਹ ਪੱਗ ਹੋਰ ਚਮਕੇ, ਹੋਰ ਉੱਤੇ ਵਧੇ, ਤਾਂ ਕਿ ਲੋਕੀ ਕਹਿਣ ਕਿ ਵਾਹ, ਇਹ ਫਲਾਣੇ ਪਿਓ ਦਾ ਪੁੱਤਰ ਹੈ, ਕਮਾਲ ਕਰਤੀ, ਇਹ ਤਾਂ 4 ਚੰਨ ਲਾਤੇ ਆਪਣੀ ਪੇ ਦੀ ਪੱਗ ਵਿੱਚ। ਪਰ ਜੇ ਅਸੀਂ ਆਪਣੇ ਪਿਓ ਦੇ ਨਾਲ ਹੀ ਗਲਤ ਕਹਾਣੀਆਂ ਜੋੜ ਕੇ, ਗਲਤ ਗੱਲਾਂ ਜੋੜ ਕੇ ਔਰ ਉਹਨਾਂ ਨੂੰ ਗਲਤ ਪ੍ਰਚਾਰਾਂਗੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ। ਹੁਣ ਇੱਥੇ ਇੱਕ ਨੁਕਤਾ ਤੁਹਾਨੂੰ ਮੈਂ ਹੋਰ ਦੱਸ ਦੇਵਾਂ। ਜਿਹੜੇ ਲੋਕੀ ਬੈਂਟ ਪਾਉਣ ਹੈ ਕਿ ਅਸੀਂ ਇਸ ਨੂੰ ਗੁਰੂ ਗੋਬਿੰਦ ਸਿੰਘ ਦੀ ਰਚਨਾ ਮੰਨਣਾ ਹੀ ਮੰਨਣਾ, ਉਹਨਾਂ ਨੇ ਅੱਕੀ ਪਲਾਹੀ ਹੱਥ ਮਾਰ ਕੇ ਹੁਣ ਇਹ ਕਹਿਣਾ ਜੀ ਇਹ ਤਾਂ ਮਿਥਿਹਾਸਕ ਗ੍ਰੰਥਾਂ ਦਾ ਉਲਥਾ ਹੈ। ਫਿਰ ਮੇਰੇ 2-3 ਸਵਾਲ ਨੇ। ਜੇ ਇਹ ਮਿਥਿਹਾਸਕ ਗ੍ਰੰਥਾਂ ਦਾ ਉਲਥਾ ਹੈ, ਪਹਿਲਾ ਸਵਾਲ, ਇਹ ਕਿਸ ਗ੍ਰੰਥ ਵਿੱਚੋਂ ਲਿਆ ਗਿਆ ਹੈ? ਨੰਬਰ 2 ਸਵਾਲ, ਇਸ ਉਲਥੇ ਦਾ ਸਾਡੇ ਜੀਵਨ ਵਿੱਚ ਕੀ ਲਾਹਾ ਹੈ? ਨੰਬਰ 3 ਸਵਾਲ, ਜੇ ਗੁਰੂ ਸਾਹਿਬ ਜੀ ਨੇ ਇਹ ਗੱਲਾਂ ਇਸ ਲਈ ਦੱਸੀਆਂ ਕਿ ਇਹ ਗੱਲਾਂ ਪਹਿਲਾਂ ਲੋਕੀ ਮੰਨਦੇ ਸਨ ਪਰ ਇਹ ਠੀਕ ਨਹੀਂ ਹਨ, ਇਸ ਨੂੰ ਅਸੀਂ ਰੱਦ ਕਰਨਾ ਹੈ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਟਿੱਪਣੀ ਕਿੱਥੇ ਦਿੱਤੀ ਹੈ ਕਿ ਮੈਂ ਉਲਥਾ ਕਰ ਰਿਹਾ, ਇਹ ਗੱਲਾਂ ਗਲਤ ਨੇ, ਇਹ ਤੁਹਾਡੇ ਸਿਰਫ ਗਿਆਨ ਲਈ ਮੈਂ ਲਿਖੀਆਂ ਨੇ, ਪਰ ਇਹ ਤੁਸੀਂ ਮੰਨਣੀਆਂ ਨਹੀਂ, ਇਹ ਸਮਾਜ ਲਈ ਭੈੜੀਆਂ ਹਨ, ਮੈਂ ਸਿਰਫ ਇਸ ਲਈ ਲਿਖ ਰਿਹਾ ਕਿ ਤੁਸੀਂ ਸਮਝ ਜਾਓ ਕਿ ਇਹਨਾਂ ਗੱਲਾਂ ਤੋਂ ਬਚ ਕੇ ਰਹੋ। ਫਿਰ ਉਹਨਾਂ ਨੇ ਗ੍ਰੰਥ ਵਿੱਚ ਲਿਖਣਾ ਸੀ, ਐਸਾ ਕੁਝ ਨਹੀਂ ਹੈ। ਅਤੇ ਇਹ ਸਾਰੇ ਸਵਾਲਾਂ ਦੇ ਜਵਾਬ ਸਿੱਖ ਹੋਣ ਦੇ, ਜਿਹੜਾ ਵੀ ਆਪਣੇ ਆਪ ਨੂੰ ਸਿੱਖ ਕਹਾਉਂਦਾ ਉਹਨੂੰ ਲੱਭਣੇ ਪੈਣੇ ਆ। ਜਿਹੜਾ ਸਿੱਖ ਧਰਮ ਦਾ ਵਿਰੋਧੀ ਹੈ ਉਹਦੇ ਨਾਲ ਸਾਡਾ ਕੋਈ ਗਿਲਾ ਸ਼ਿਕਵਾ ਨਹੀਂ, ਕਿਉਂਕਿ ਵਿਰੋਧੀ ਨੇ ਹਮੇਸ਼ਾ ਤੁਹਾਨੂੰ ਡੈਮੇਜ ਕਰਨਾ, ਤੁਹਾਨੂੰ ਨੁਕਸਾਨ ਪਹੁੰਚਾਉਣਾ, ਉਹਨਾਂ ਸਾਡਾ ਗੁੱਸਾ ਨਹੀਂ ਹੈ। ਹਾਂ, ਦਲੀਲਾਂ ਨਾਲ ਉਹਦੇ ਜਵਾਬ ਦੇਣਾ ਹਰ ਸਿੱਖ ਦਾ ਫਰਜ਼ ਹੈ, ਗੁੱਸਾ ਨਹੀਂ ਕਰਨਾ। ਕੋਈ ਕਹਿ ਸਕਦੇ ਨਾ, ਗੁਰੂ ਪਾਤਸ਼ਾਹ ਨੇ ਆਨ ਧਰਮਾਂ ਬਾਰੇ ਬਹੁਤ ਕੁਝ ਕਿਹਾ, ਉਹ ਹੁਣ ਜਵਾਬ ਦੇਣ ਵੀ ਇਹ ਗੱਲਾਂ ਗਲਤ ਹੈ, ਗੁੱਸਾ ਨਾ ਕਰਨ। ਐਵੇਂ ਅਸੀਂ ਗੁੱਸਾ ਨਹੀਂ ਕਰਨਾ, ਸਿੱਖ ਨੇ ਗੁੱਸਾ ਨਹੀਂ ਕਰਨਾ, ਸਿੱਖ ਨੇ ਵਿਚਾਰ ਕਰਨੇ ਆ, ਅਤੇ ਅਸੀਂ ਤਕੜੇ ਹੋ ਜਾਈਏ, ਆਪਣੇ ਆਪ ਨੂੰ ਗਿਆਨ ਨਾਲ ਲੈਸ ਕਰੀਏ, ਔਰ ਤਾਂ ਕਿ ਜਿਹੜੇ ਪਰਪਕਾਰ ਸਾਡੇ ਸਤਿਗੁਰਾਂ ਇੰਨੀਆਂ ਕੁਰਬਾਨੀਆਂ ਦੇ ਕੇ ਸਾਡੇ 'ਤੇ ਕੀਤੇ ਆ, ਉਹ ਅਸੀਂ ਉਹਨਾਂ ਦੇ ਦੇਣਦਾਰ ਹੋਈਏ, ਉਹਨਾਂ ਦੇ ਸ਼ੁਕਰਗੁਜ਼ਾਰ ਹੋਈਏ, ਉਹਨਾਂ ਦਾ ਸਤਿਕਾਰ ਕਰੀਏ, ਉਹਨਾਂ ਦੀ ਇੱਜ਼ਤ ਕਰੀਏ, ਨਾ ਕਿ ਆਪਣੀ ਅਗਿਆਨਤਾ ਕਰਕੇ ਜਾਂ ਆਪਣੇ ਕਿਸੇ ਲਾਲਚ ਵਸ ਕਰਕੇ ਉਹਨਾਂ ਦੇ ਨਾਂ ਇਹ ਸਾਰੀਆਂ ਰਚਨਾਵਾਂ ਮੜ੍ਹ ਕੇ ਅਸੀਂ ਉਹਨਾਂ ਨੂੰ ਕਲੰਕਿਤ ਕਰੀਏ, ਉਹਨਾਂ ਦੀ ਬੇਇੱਜ਼ਤੀ ਕਰੀਏ, ਉਹਨਾਂ ਦੀ ਇਨਸਲਟ ਕਰੀਏ। ਸੋ ਅੱਜ ਦੀ ਵਿਚਾਰ ਇੰਨੀ ਕਿ ਵਿਚਾਰਾਂ ਕਰਦਿਆਂ ਕਈ ਤਰ੍ਹਾਂ ਦੀਆਂ ਊਣਤਾਈਆਂ ਰਹਿ ਜਾਂਦੀਆਂ ਨੇ, ਗਲਤੀਆਂ ਹੋ ਜਾਂਦੀਆਂ ਨੇ। ਆਪ ਸਾਰੇ ਜਾਣਦੇ ਹੋ, ਮਾफ़ ਕਰਨਾ। ਅੱਗੇ ਤੋਂ ਅਸੀਂ ਹੋਰ ਕੋਸ਼ਿਸ਼ ਕਰਾਂਗੇ ਇਸ ਵੀਡੀਓ ਚੰਗੀ ਤਰ੍ਹਾਂ ਅਸੀਂ ਬਣਾਈਏ। ਇੱਕੋ ਹੀ ਬੇਨਤੀ ਵਾਰ-ਵਾਰ ਕਰਨੀ ਹੈ ਕਿ ਭਾਈ ਜੇਕਰ ਤੁਹਾਨੂੰ ਇਹ ਖੋਜ ਚੰਗੀ ਲੱਗਦੀ ਹੈ ਤੇ ਜ਼ਰੂਰ ਵੱਧ ਤੋਂ ਵੱਧ ਸਮਾਜ ਵਿੱਚ ਇਸ ਨੂੰ ਸਾਂਝਾ ਕਰੋ, ਤਾਂ ਕਿ ਇਹ ਸੱਚ ਦਾ ਗਿਆਨ ਦੂਰ ਦੂਰ ਤੱਕ ਪਹੁੰਚ ਸਕੇ। ਜੇ ਚੰਗਾ ਸਮਝੋ ਤਾਂ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਵੱਧ ਤੋਂ ਵੱਧ ਸਾਨੂੰ ਵੀ ਉਤਸ਼ਾਹ ਮਿਲੇ, ਅਤੇ ਅੱਗੋਂ ਵੀਡੀਓ ਨੂੰ ਤੁਸੀਂ ਲਾਈਕ ਵੀ ਕਰੋ, ਪਸੰਦ ਕਰੋ, ਤਾਂ ਕਿ ਅਸੀਂ ਸੱਚ ਦਾ ਪ੍ਰਕਾਸ਼ ਦੂਰ ਦੂਰ ਤੱਕ ਕਰ ਸਕੀਏ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।